ਸਵਾਗਤ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕਾਨੂੰਨੀ ਨੁਕਤੇ। ਦੂਰਦਰਸ਼ਨ ਹਮੇਸ਼ਾ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਮੁਹੱਈਆ ਕਰਾਉਂਦਾ ਹੈ ਤੇ ਅਸੀਂ ਵੱਖ-ਵੱਖ ਸਿਲਸਿਲੇ ਲੈ ਕੇ ਆਉਂਦੇ ਹਾਂ ਤਾਂ ਜੋ ਆਪਣੇ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਧਾ ਕਰ ਸਕੀਏ। ਤੇ ਕਾਨੂੰਨੀ ਨੁਕਤੇ ਪ੍ਰੋਗਰਾਮ ਸਾਡੇ ਦਰਸ਼ਕ ਜਾਣਦੇ ਨੇ ਕਿ ਉਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਭਾਰਤੀ ਕਾਨੂੰਨਾਂ ਦੀ ਗੱਲਬਾਤ ਕਰਦੇ ਹਾਂ। ਤੇ ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਉਹ ਹੈ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ, ਯਾਨੀ ਕਿ ਰੇਰਾ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਉਹ ਵਿਸ਼ਾ ਜੋ ਵੱਖ-ਵੱਖ ਜ਼ਮੀਨ ਜਾਇਦਾਦਾਂ ਨੂੰ ਲੈਣ ਦੇਣ ਦੇ ਨਾਲ ਸੰਬੰਧ ਰੱਖਦਾ ਹੈ। ਕੀ ਗੱਲਾਂ ਦਾ ਇਹਤਿਆਤ ਰੱਖਣਾ ਚਾਹੀਦਾ ਹੈ, ਕਿੱਥੇ ਸਾਨੂੰ ਪਹੁੰਚ ਕਰਨੀ ਪਏਗੀ, ਕੀ ਕੁਝ ਦੇਖਣਾ ਪਵੇਗਾ, ਇਹ ਸਭ ਕੁਝ ਅੱਜ ਅਸੀਂ ਡਿਸਕਸ ਕਰਾਂਗੇ ਪ੍ਰੋਗਰਾਮ ਕਾਨੂੰਨੀ ਨੁਕਤੇ ਵਿੱਚ। ਤੇ ਮੇਰੇ ਨਾਲ ਸਟੂਡੀਓ ਵਿੱਚ ਨੇ ਸ਼੍ਰੀ ਕੁਨਾਲ ਗਰੋਵਰ ਐਡਵੋਕੇਟ ਸਾਹਿਬ, ਜੋ ਕਿ ਪਟਿਆਲੇ ਤੋਂ ਉਚੇਚੇ ਤੌਰ 'ਤੇ ਸਾਡੇ ਵਿੱਚ ਪਹੁੰਚੇ ਨੇ ਤੇ ਗੱਲਬਾਤ ਕਰਨਗੇ ਰੇਰਾ ਦੇ ਉੱਤੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਸਾਡਾ ਅੱਜ ਦਾ ਵਿਸ਼ਾ ਰੇਰਾ ਯਾਨੀ ਕਿ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ। ਦਰਸ਼ਕ ਵੀ ਜਾਣਦੇ ਨੇ ਕਿ ਇਹ ਵਿਸ਼ਾ ਪ੍ਰੋਪਰਟੀ ਦੇ ਨਾਲ ਰਿਲੇਟਡ ਹੈ, ਸਾਡੇ ਜ਼ਮੀਨੀ ਜਾਇਦਾਦਾਂ ਦੇ ਲੈਣ ਦੇਣ ਨਾਲ ਰਿਲੇਟਡ ਹੈ। ਫਿਰ ਵੀ ਤੁਸੀਂ ਦੱਸੋ ਕਿ ਰੇਰਾ ਐਕਟ ਹੈ ਜੋ ਕਿਉਂ ਬਣਿਆ, ਇਸ ਪਿੱਛੇ ਮੰਤਵ ਕੀ ਸੀ, ਕੀ ਮਕਸਦ ਸੀ, ਕਿਸ ਤਰ੍ਹਾਂ ਦਾ ਮਾਹੌਲ ਸੀ ਕਿ ਇਸ ਐਕਟ ਨੂੰ ਅੱਗੇ ਲੈ ਕੇ ਆਉਣਾ ਪਿਆ? ਸਰ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਹ ਇੱਕ ਨਵਾਂ ਐਕਟ ਹੈ ਜਿਹੜਾ ਕਿ 2016 ਦੇ ਵਿੱਚ ਲਿਆਇਆ ਗਿਆ ਹੈ ਜੀ। ਇਹਨੂੰ ਲਿਆਉਣ ਦੇ ਪਿੱਛੇ ਮਕਸਦ ਇਹ ਸੀਗਾ ਕਿ ਜਿਹੜੀ ਕਿ ਰੀਅਲ ਇਸਟੇਟ ਦੇ ਵਿੱਚ, ਭਾਵੇਂ ਉਹ ਕਮਰਸ਼ੀਅਲ ਹੋਵੇ, ਰੈਜ਼ੀਡੈਂਸ਼ੀਅਲ ਹੋਵੇ ਜੀ, ਖਰੀਦਦਾਰੀ ਦੇ ਵਿੱਚ ਆਪਾਂ ਕਿਵੇਂ ਪਾਰਦਰਸ਼ੀਤਾ ਲਿਆਈ ਜਾ ਸਕਦੀ ਹੈ, ਉਹਨੂੰ ਲਿਆਉਣ ਵਾਸਤੇ ਹੀ ਇਹਨੂੰ ਲਿਆਇਆ ਗਿਆ ਹੈ ਜੀ ਜੀ। ਪਲੱਸ ਇਹਦਾ ਇੱਕ ਹੋਰ ਮਹੱਤਵ ਇਹ ਸੀਗਾ ਕਿ ਜੇਕਰ ਕਿਸੇ ਨਾਲ ਕੋਈ ਠੱਗੀ ਹੋ ਜਾਏ ਜਾਂ ਕੋਈ ਆਪਣੇ ਆਪ ਨੂੰ ਐਗਰੀਵਡ ਮੰਨਦਾ ਹੈਗਾ, ਕਿਸੇ ਨਾਲ ਕੋਈ ਧੋਖਾ ਹੋ ਗਿਆ ਹੋਵੇ ਇਸ ਡੀਲਿੰਗ ਦੇ ਵਿੱਚ, ਲੈਣਦਾਰ ਦੀ ਡੀਲਿੰਗ ਦੇ ਵਿੱਚ, ਤਾਂ ਉਹ ਕਿੱਥੇ ਅਪਰੋਚ ਕਰ ਸਕਦਾ ਜੀ ਜੀ। ਉਹਦੇ ਵਾਸਤੇ ਇੱਕ ਟੋਟਲੀ ਡਿਫਰੈਂਟ ਟ੍ਰਿਬਿਊਨਲ ਬਣਾਇਆ ਗਿਆ ਤੇ ਇਹ ਇਸ ਚੀਜ਼ ਨੂੰ ਡੀਲ ਕਰਦਾ ਹੈ ਜੀ ਜੀ ਜੀ। ਇਹ ਵੈਸੇ ਜੇਕਰ ਆਪਾਂ ਦੇਖੀਏ ਤਾਂ ਇਹ ਜਿਹੜੇ ਕਿ ਖਰੀਦਦਾਰ ਨੇ ਉਹਨਾਂ ਦੇ ਹਿੱਤਾਂ ਨੂੰ ਬਚਾਉਣ ਵਾਸਤੇ ਲਿਆਇਆ ਗਿਆ ਜੀ। ਇਹ ਹਰ ਕੋਈ ਖਰੀਦਦਾਰ ਨਾ, ਜੇ ਕੋਈ ਆਮ ਜਾਇਦਾਦ ਵੀ ਹੋਵੇ ਤੇ ਅਸੀਂ ਆਹ ਦੇਖਦੇ ਹਾਂ ਕਿ ਇੱਕ ਪਾਰਦਰਸ਼ਤਾ ਹੋਵੇ ਲੈਣ ਦੇਣ ਦੇ ਵਿੱਚ, ਨਾ ਇੱਕ ਟਰਾਂਸਪੇਰੈਂਸੀ ਹੋਵੇ ਨਾ। ਜਿਸ ਨੇ ਪੈਸੇ ਖਰਚਣੇ ਨੇ ਉਹ ਕਹਿੰਦਾ ਹੈ ਕਿ ਮੇਰੇ ਨਾਲ ਠੱਗੀ ਨਾ ਹੋ ਜਾਵੇ। ਤੇ ਇੱਕ ਆਮ ਧਾਰਨਾ ਹੈ ਕਿ ਜਦੋਂ ਅਸੀਂ ਪ੍ਰੋਪਰਟੀ ਡੀਲਰ ਕੋਲ ਜਾਂਦੇ ਹਾਂ ਜਾਂ ਬਿਲਡਰ ਕੋਲ ਜਾਂਦੇ ਹਾਂ ਤੇ ਹੋ ਸਕਦਾ ਹੈ ਸ਼ਾਇਦ ਸਾਨੂੰ ਸਹੀ ਗੱਲਾਂ ਨਾ ਦੱਸੀਆਂ ਜਾਣ, ਜਾਂ ਇੱਕ ਮੋਟਾ ਸਾਰਾ ਥੱਬਾ ਇੱਕ ਸਾਡੇ ਅੱਗੇ ਰੱਖ ਦਿੱਤਾ ਜਾਂਦਾ ਹੈ ਤੇ ਕਾਲੀ ਦੇ ਵਿੱਚ ਕਈ ਵਾਰੀ ਨਾ ਖਰੀਦਦਾਰ ਉਹ ਸਾਰਾ ਕੁਝ ਪੜ੍ਹਦਾ ਵੀ ਨਹੀਂ ਹੈ ਤੇ ਸਾਈਨ ਕਰ ਦਿੰਦਾ ਹੈ। ਉੱਥੇ ਆਮ ਠੱਗੀ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ। ਬਹੁਤ ਸਾਰੇ ਕੇਸਿਸ ਨੇ ਜਿਹੜੇ ਅਦਾਲਤਾਂ ਵਿੱਚ, ਕਚਹਿਰੀਆਂ ਦੇ ਵਿੱਚ, ਥਾਣਿਆਂ ਦੇ ਵਿੱਚ ਚੱਲ ਰਹੇ ਨੇ। ਪਰ ਤੁਸੀਂ ਦੱਸੋ ਕਿ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੀ ਟਰਾਂਸਪੇਰੈਂਸੀ ਹੋਵੇ, ਪਾਰਦਰਸ਼ਤਾ ਹੋਵੇ ਲੈਣ ਦੇਣ ਦੇ ਵਿੱਚ? ਸਰ, ਜਦ ਤੋਂ ਆਪਣਾ ਇਹ ਰੇਰਾ ਐਕਟ ਆਇਆ, ਲਾਗੂ ਹੋਇਆ ਹੈਗਾ ਜੀ, ਇਹਦੇ ਆਉਣ ਤੋਂ ਬਾਅਦ ਜਿਹੜੀ ਆਪਣੀ ਰੀਅਲ ਇਸਟੇਟ ਰੈਗੂਲੇਟਰੀ ਅਥਾਰਟੀ ਹੈ ਜਿਹੜੀ ਕਿ ਚੰਡੀਗੜ੍ਹ ਬੈਠਦੀ ਹੈ, ਜਿੰਨੇ ਵੀ ਰੀਅਲ ਇਸਟੇਟ ਪ੍ਰੋਜੈਕਟਸ ਨੇ, ਇਹ ਐਕਟ ਜਿਹੜਾ ਹੈਗਾ ਇਹ ਪ੍ਰੋਵਾਈਡ ਕਰਦਾ ਹੈ ਕਿ ਸਾਰੇ ਰੀਅਲ ਇਸਟੇਟ ਪ੍ਰੋਜੈਕਟਸ ਜਿਹੜੇ ਨੇ ਉਹ ਇਸ ਅਥਾਰਟੀ ਕੋਲ ਆਪਣੇ ਆਪ ਨੂੰ ਰਜਿਸਟਰ ਕਰਾਉਣਗੇ ਜੀ ਜੀ। ਜਦੋਂ ਉਹ ਰਜਿਸਟਰ ਕਰਾਉਣਗੇ ਤਾਂ ਜਿੰਨੇ ਵੀ ਫਾਰਮੈਲਿਟੀਜ਼, ਡਾਕੂਮੈਂਟਸ, ਜੋ ਵੀ ਰਿਕੁਆਇਰਮੈਂਟਸ ਨੇ, ਸਟੈਟੂਟਰੀ ਰਿਕੁਆਇਰਮੈਂਟਸ ਨੇ, ਕੋਈ NOC ਲੈਣਾ ਹੈ, ਕਿਤੋਂ ਵੀ ਕੋਈ ਪਰਮਿਸ਼ਨ ਲੈਣੀ ਹੈ, ਇਹ ਸਾਰੀ ਜੋ ਵੀ ਹੋਊਗਾ ਇਹ ਸਭ ਕੁਝ ਡਾਕੂਮੈਂਟ ਜਿਹੜੇ ਨੇ ਉਹ ਡਿਪੋਜ਼ਿਟ ਕਰਾਉਣੇ ਪੈਣਗੇ ਰੇਰਾ ਦੇ ਕੋਲ ਜੀ ਜੀ। ਤੇ ਇਹਦੇ ਰਿਗਾਰਡਿੰਗ ਕੋਈ ਆਨਲਾਈਨ ਵੀ ਹੈ, ਉੱਥੇ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿਸੇ ਸੁਸਾਇਟੀ ਦਾ ਜਾਂ ਕਿਸੇ ਬਿਲਡਰ ਦਾ ਲੈਣ ਦੇਣ, ਜਾਂ ਕਿਸ ਤਰ੍ਹਾਂ ਕੋਈ ਰਜਿਸਟ੍ਰੇਸ਼ਨ ਨੰਬਰ ਮਿਲਦਾ ਹੈ? ਸਰ, ਰੇਰਾ ਨੇ ਇੱਕ ਆਪਣੀ ਵੈਬਸਾਈਟ ਬਣਾਈ ਹੈ, ਆਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਹੈ, ਉਹਦੇ 'ਚ ਤੁਹਾਨੂੰ ਸਭ ਨੂੰ 4 ਤਰ੍ਹਾਂ ਦੀ ਇਨਫੋਰਮੇਸ਼ਨਸ ਅਵੇਲੇਬਲ ਨੇ। ਅੱਛਾ ਜੀ। ਪਹਿਲੀ ਇਨਫੋਰਮੇਸ਼ਨ ਹੈਗੀ ਹੈ ਕਿ ਕਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਰੇਰਾ ਨੇ ਰਜਿਸਟ੍ਰੇਸ਼ਨ ਦਿੱਤੀ ਹੋਈ ਹੈ ਜੀ ਜੀ। ਉਹ ਪ੍ਰੋਜੈਕਟਸ ਨੇ ਜਿਹੜੇ ਨੇ ਉਹਨਾਂ ਦੇ ਕੀ ਡਾਕੂਮੈਂਟਸ ਨੇ, ਇਹ ਸਾਰੇ ਰੇਰਾ ਦੀ ਵੈਬਸਾਈਟ 'ਤੇ ਅਵੇਲੇਬਲ ਮਿਲ ਜਾਣਗੇ। ਜਿਹੜੀ ਪਰਮਿਸ਼ਨਸ ਨੇ, ਜਮ੍ਹਾਂਬੰਦੀ ਦੀ ਕਾਪੀ, ਇਹ ਸਾਰਾ ਕੁਝ ਆਪਾਂ ਨੂੰ ਰੇਰਾ ਦੀ ਵੈਬਸਾਈਟ 'ਤੇ ਮਿਲ ਜਾਊਗਾ। ਦੂਜੀ ਚੀਜ਼, ਕਿਹੜੇ ਪ੍ਰੋਜੈਕਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕੀਤਾ ਹੋਇਆ, ਉਹ ਵੀ ਮਿਲ ਜਾ ਸਕਦਾ ਇੱਥੇ ਵੈਬਸਾਈਟ 'ਤੇ ਜੀ ਜੀ। ਤੀਜੀ ਚੀਜ਼, ਹਰ ਇੱਕ ਪ੍ਰੋਜੈਕਟ ਦਾ ਕੋਈ ਰੀਅਲ ਇਸਟੇਟ ਏਜੰਟ ਹੁੰਦਾ। ਅੱਛਾ ਜੀ। ਆਪਾਂ ਵਿਚੋਲਾ ਵੀ ਯੂਜੂਅਲੀ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੂੰ, ਬਿਲਕੁਲ, ਤੇ ਉਹ ਵੀ ਇਸ ਪ੍ਰੋਜੈਕਟ ਦੇ ਰੇਰਾ ਦੇ ਕੋਲ ਰਜਿਸਟਰ ਆਪਣੇ ਆਪ ਨੂੰ ਕਰਾ ਸਕਦੇ ਨੇ। ਕਈ ਜਿਹੜੇ ਪ੍ਰਾਪਰਟੀ ਡੀਲਰ ਹੁੰਦੇ ਨੇ ਜੀ ਜੀ, ਉਹ ਇੱਕ ਪ੍ਰੋਜੈਕਟ ਦੇ ਨਾਲ ਐਸੋਸੀਏਟ ਹੁੰਦੇ ਨੇ, ਜਿਹੜਾ ਉਹ ਉਸੇ ਪ੍ਰੋਜੈਕਟ ਦੇ ਫਲੈਟਸ ਹੋ ਗਏ ਜਾਂ ਪਲਾਟ ਹੋ ਗਏ ਜਿਨ੍ਹਾਂ ਨੂੰ ਵੇਚਣ 'ਚ ਹੈਲਪ ਕਰਦੇ ਨੇ ਜੀ, ਉਹ ਵੀ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਨੇ।
ਤੇ ਕਿਹੜੇ ਆਥੋਰਾਈਜ਼ਡ ਏਜੰਟਸ ਨੇ ਜੀ। ਉਹ ਵੀ ਉਹਦੀ ਡਿਟੇਲਸ ਵੀ ਆਪਾਂ ਨੂੰ ਰੇਰਾ ਦੀ ਵੈਬਸਾਈਟ ਤੇ ਮਿਲ ਸਕਦੀ ਹੈ। ਤੇ ਆਖਰੀ ਚੀਜ਼, ਕਿਹੜੇ ਪ੍ਰੋਜੈਕਟਸ ਜਿਨ੍ਹਾਂ ਦੀ ਕੰਪਲੇਂਟਸ ਪੈਂਡਿੰਗ ਹੈਗੀਆਂ, ਕਿਉਂਕਿ ਆਨਲਾਈਨ ਕੰਪਲੇਂਟ ਵੀ ਫਾਈਲ ਹੋ ਜਾਂਦੀ ਹੈ ਜੀ ਜੀ। ਇਹ 'ਚ ਆਨਲਾਈਨ ਕੰਪਲੇਂਟ ਇਹਨਾਂ ਦੀ ਵੈਬਸਾਈਟ ਤੇ ਹੀ ਫਾਈਲ ਹੁੰਦੀ ਹੈ। ਅੱਛਾ ਜੀ। ਤੇ ਉਹ ਕੰਪਲੇਂਟ ਦਾ ਕੀ ਸਟੇਟਸ ਹੈਗਾ, ਕੀ ਉਹਦਾ ਆਊਟਕਮ ਹੈਗਾ, ਕੋਈ ਆਰਡਰ ਪਾਸ ਹੋਇਆ, ਇਹ ਸਾਰਾ ਕੁਝ ਆਪਾਂ ਆਨਲਾਈਨ ਚੈੱਕ ਕਰ ਸਕਦੇ। ਮਤਲਬ ਅਸੀਂ ਆਨਲਾਈਨ ਵੀ ਘਰ ਬੈਠੇ ਜੇ ਸਾਡੇ ਨਾਲ ਕੋਈ ਠੱਗੀ ਹੁੰਦੀ ਹੈ ਜਾਂ ਅਸੀਂ ਸੈਟੀਸਫਾਈ ਨਹੀਂ ਹਾਂ ਸੌਦੇ ਤੋਂ, ਤੇ ਅਸੀਂ ਘਰ ਬੈਠੇ ਵੀ ਆਨਲਾਈਨ ਸ਼ਿਕਾਇਤ ਕਰ ਸਕਦੇ ਹਾਂ। ਬਿਲਕੁਲ ਸਰ, ਸ਼ਿਕਾਇਤ ਆਪਾਂ ਘਰੇ ਵੀ ਕਰ ਸਕਦੇ ਹਾਂ, ਜਿਹਦੀ ਇੱਕ ਛੋਟੀ ਜਿਹੀ 1000 ਰੁਪਏ ਦੀ ਫੀਸ ਹੈਗੀ ਹੈ ਜੋ ਕਿ ਆਨਲਾਈਨ ਹੀ ਪੇ ਹੋ ਜਾਂਦੀ ਹੈ। ਜੀ ਜੀ। ਉਸ ਤੋਂ ਬਾਅਦ ਜਿਹੜੇ ਡਾਕੂਮੈਂਟਸ ਐਜ਼ ਐਵੀਡੈਂਸ, ਕਿਉਂਕਿ ਕੋਈ ਵੀ ਕੋਰਟ ਜਿਹੜੀ ਹੈ ਉਹ ਸਬੂਤ ਮੰਗਦੀ ਹੈ ਜੀ ਬਿਲਕੁਲ, ਤਾਂ ਆਪਾਂ ਸਬੂਤ ਜਿਹੜੇ ਹੈਗੇ ਨੇ ਉਹ ਇੱਥੇ ਆਨਲਾਈਨ ਅਪਲੋਡ ਵੀ ਕਰ ਸਕਦੇ ਹੁਣ ਇੱਥੇ ਇੱਕ ਬੇਸਿਕਲੀ ਇਹ ਸਵਾਲ ਆਉਂਦਾ ਹੈ ਕਿ ਜਦੋਂ ਕਿਸੇ ਖਰੀਦਦਾਰ ਦੇ ਨਾਲ ਧੱਕਾ ਹੋ ਜਾਂਦਾ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ ਆਨਲਾਈਨ ਕੰਪਲੇਂਟ ਵੀ ਫਾਈਲ ਕਰ ਸਕਦੇ ਹਾਂ, ਜਾਂ ਜਿਹੜੀ ਰੇਰਾ ਹੈ ਇਹ ਚੰਡੀਗੜ੍ਹ ਉੱਥੇ ਹੈ ਅਥਾਰਟੀ, ਤੇ ਸਾਨੂੰ ਕੋਈ ਵਕੀਲ ਵੀ ਕਰਨਾ ਪਵੇਗਾ ਜਾਂ ਅਸੀਂ ਖੁਦ ਹੀ ਮਤਲਬ ਕਿ ਉੱਥੇ ਜਾ ਕੇ ਪੇਸ਼ ਹੋ ਸਕਦੇ ਹਾਂ? ਸਰ, ਇਸ ਰੇਰਾ ਦਾ ਜਿਹੜਾ ਐਕਟ ਹੈ ਉਹ ਕਿਤੇ ਵੀ ਪ੍ਰੋਵਾਈਡ ਨਹੀਂ ਕਰਦਾ ਕਿ ਆਪਾਂ ਨੂੰ ਵਕੀਲ ਜਿਹੜਾ ਹੈ ਉਹ ਕਰਨਾ ਪਊਗਾ। ਅੱਛਾ ਜੀ। ਜੇਕਰ ਕੋਈ ਪਰਸਨ ਆਪਣੇ ਆਪ ਵੀ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਆਪਣੇ ਆਪ ਵੀ ਕਰ ਸਕਦਾ ਹੈ। ਅੱਛਾ। ਉਹ ਆਨਲਾਈਨ ਤਰੀਕਾ ਹੈਗਾ, ਉਹਦੇ 'ਚ ਆਪਾਂ ਫਾਈਲ ਕਰ ਸਕਦੇ ਹਾਂ। ਜੇ ਆਨਲਾਈਨ ਨਹੀਂ ਵੀ ਕਰਨਾ ਤੇ ਆਫਲਾਈਨ ਆਪਾਂ ਇੱਕ 1000 ਰੁਪਏ ਦੀ ਜਿਹੜੀ ਕੋਰਟ ਫੀਸ ਹੈਗੀ ਹੈ ਉਹ ਡਿਮਾਂਡ ਡਰਾਫਟ ਦੇ ਥਰੂ, ਬੈਂਕਰਸ ਚੈੱਕ ਦੇ ਥਰੂ ਉਹ ਪੇ ਕਰਕੇ ਆਪਾਂ ਆਨਲਾਈਨ ਵੀ ਆਫਲਾਈਨ ਵੀ ਫਾਈਲ ਕਰ ਸਕਦੇ ਹਾਂ। ਅੱਛਾ ਜੀ। ਤੇ ਜੇਕਰ ਆਪਾਂ ਕੋਈ ਐਡਵੋਕੇਟ ਦੀ ਹੈਲਪ ਲੈਣਾ ਚਾਹੁੰਦੇ ਹਾਂ ਤੇ ਆਪਾਂ ਉਹ ਵੀ ਲੈ ਸਕਦੇ ਆਪਾਂ ਕੋਲ ਦੋਵੇਂ ਆਪਸ਼ਨ ਹੈਗੀਆਂ ਨੇ। ਜੀ ਜੀ। ਤੇ ਇੱਥੇ ਹਰੇਕ ਲੈਣ ਦੇਣ ਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਸਾਹਮਣੇ ਆਉਂਦੀ ਹੈ, ਮੈਂ ਉਹ ਜਗ੍ਹਾ ਖਰੀਦਣੀ ਹੈ ਜਾਂ ਮੈਂ ਉਹ ਫਲੈਟ ਖਰੀਦਣਾ ਹੈ, ਉਸ ਦੀ ਮੈਨੂੰ ਨਾ ਓਨਰਸ਼ਿਪ ਚਾਹੀਦੀ ਹੈ, ਮੈਨੂੰ ਮਾਲਕੀ ਚਾਹੀਦੀ ਹੈ, ਮੈਨੂੰ ਰਜਿਸਟਰੀ ਹੋਣੀ ਚਾਹੀਦੀ ਹੈ। ਫਿਰ ਰਜਿਸਟਰੀ ਤੋਂ ਬਾਅਦ ਇੱਕ ਮੁੱਦਾ ਸਾਹਮਣੇ ਆ ਜਾਂਦਾ ਹੈ ਕਿ ਇੰਤਕਾਲ ਹੋਣਾ ਚਾਹੀਦਾ ਹੈ, ਕਿਉਂਕਿ ਚਾਹੇ ਪਿੰਡਾਂ ਦੀ ਗੱਲ ਕਰ ਲਓ ਚਾਹੇ ਸ਼ਹਿਰਾਂ ਦੀ ਗੱਲ ਕਰ ਲਓ, ਹਰ ਇੱਕ ਮਨ ਵਿੱਚ ਹੁੰਦਾ ਹੈ ਕਿ ਜੇ ਸਾਡੇ ਕੋਲ ਇੰਤਕਾਲ ਹੋਵੇਗਾ ਤੇ ਅਸੀਂ ਮਾਲਕ ਹੋਵਾਂਗੇ। ਹੁਣ ਇਹ ਦੋਵਾਂ ਦੇ ਸੰਦਰਭ ਤੋਂ ਸਾਨੂੰ ਦੱਸੋ ਕਿ ਇਸ ਪ੍ਰੋਜੈਕਟ ਦੇ ਅਧੀਨ ਜੇ ਅਸੀਂ ਕੋਈ ਫਲੈਟ ਖਰੀਦਦੇ ਹਾਂ, ਕਿਸੇ ਸੁਸਾਇਟੀ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਤੇ ਉੱਥੇ ਰਜਿਸਟਰੀ ਕਿੱਦਾਂ ਹੋਵੇਗੀ, ਅਸੀਂ ਕਿਸ ਤਰ੍ਹਾਂ ਮਾਲਕ ਬਣਾਂਗੇ, ਉਸ ਤੋਂ ਬਾਅਦ ਕਿਸ ਤਰ੍ਹਾਂ ਉਹ ਇੰਤਕਾਲ ਹੋਵੇਗਾ, ਇਸ ਬਾਰੇ ਸਾਨੂੰ ਜ਼ਰੂਰ ਦੱਸੋ। ਸਰ, ਇਹ 'ਚ ਆਪਾਂ ਨੂੰ ਇਹ ਚੀਜ਼ ਸਮਝਣੀ ਪਊਗੀ ਕਿ ਜਦੋਂ ਵੀ ਆਪਾਂ ਰਿਹਾਇਸ਼ੀ ਪ੍ਰੋਜੈਕਟਸ ਦੇ ਵਿੱਚ ਡੀਲ ਕਰਦੇ ਹਾਂ ਜੀ ਜੀ, ਤਾਂ ਉਹਦੇ 'ਚ 2 ਤਰ੍ਹਾਂ ਜਾਂ 3 ਤਰ੍ਹਾਂ ਦੇ ਆਪਸ਼ਨ ਜਿਹੜੇ ਨੇ ਉਹ ਯੂਜੂਅਲੀ ਹੁੰਦੇ ਨੇ। ਪਹਿਲਾ ਹੋ ਗਿਆ ਪਲਾਟ, ਜੀ ਜੀ। ਦੂਜਾ ਹੋ ਗਿਆ ਫਲੈਟ, ਬਿਲਕੁਲ। ਤੀਜਾ ਹੋ ਗਿਆ ਵਿਲਾ। ਜੀ। ਹੁਣ 2 ਕੇਸਿਸ 'ਚ ਯੂਜੂਅਲੀ ਆਪਾਂ ਨੂੰ ਜਨਰਲੀ ਜਿਹੜਾ ਜ਼ਮੀਨ ਦਾ ਹੱਕ ਹੈ ਉਹ ਮਿਲਦਾ ਹੀ ਮਿਲਦਾ ਹੈ, ਜੋ ਕਿ ਹੈਗੇ ਨੇ ਪਲਾਟ ਤੇ ਵਿਲਾ। ਤੇ ਤੀਜਾ ਜਿਹੜਾ ਹੈਗਾ ਫਲੈਟ, ਉਹ ਡਿਪੈਂਡ ਕਰਦਾ ਹੈ ਕਿ ਕਿਆ ਆਪਾਂ ਨੂੰ ਜ਼ਮੀਨ ਦੇ ਵਿੱਚ ਹੱਕ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ। ਇਹ ਕਿਸੇ ਪਰਸਨ ਨੂੰ ਕਿੱਥੋਂ ਪਤਾ ਚੱਲੂਗਾ? ਇਹ ਰਜਿਸਟਰੀ ਤੋਂ ਪਤਾ ਚੱਲਦਾ। ਜੀ ਜੀ ਜੀ। ਜੇ ਆਪਾਂ ਨੂੰ ਜ਼ਮੀਨ 'ਚ ਮਾਲਕਾਨਾ ਹੱਕ ਮਿਲ ਰਿਹਾ ਹੈਗਾ ਤਾਂ ਹੀ, ਜੇਕਰ ਆਪਾਂ ਨੂੰ ਕਿਸੇ ਵੀ ਜ਼ਮੀਨ 'ਚ ਮਾਲਕਾਨਾ ਹੱਕ ਮਿਲ ਰਿਹਾ ਤਾਂ ਹੀ ਆਪਣਾ ਜਿਹੜਾ ਕੁਐਸਚਨ ਹੈਗਾ, ਸਵਾਲ ਹੈਗਾ ਜਿਹੜਾ ਇੰਤਕਾਲ ਦਾ ਹੈ, ਉਹ ਉੱਠਦਾ। ਜੀ ਬਿਲਕੁਲ। ਜੇਕਰ ਆਪਾਂ ਨੂੰ ਮਾਲਕਾਨਾ ਹੱਕ ਜ਼ਮੀਨ 'ਚ ਨਹੀਂ ਮਿਲ ਰਿਹਾ ਤਾਂ ਉਸ ਜ਼ਮੀਨ 'ਚ ਮਾਲਕਾਨਾ ਹੱਕ ਤੇ ਇੰਤਕਾਲ, ਇਹ ਦੋਵੇਂ ਚੀਜ਼ਾਂ ਨਹੀਂ ਹੁੰਦੀਆਂ। ਜੀ। ਤੇ ਆਮ ਤੌਰ ਤੇ ਸੁਸਾਇਟੀ ਦੇ ਵਿੱਚ ਅਸੀਂ ਫਲੈਟ ਖਰੀਦਦੇ ਹਾਂ ਤੇ ਫਲੈਟ ਜਦੋਂ ਸਾਡੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ ਤੇ ਉਸ ਸੰਬੰਧ ਵਿੱਚ ਜੋ ਰਜਿਸਟਰੀ ਜਾਂ ਓਨਰਸ਼ਿਪ ਪ੍ਰੂਫ ਸਾਨੂੰ ਮਿਲਦਾ ਹੈ, ਉਸ ਬਾਰੇ ਜ਼ਰੂਰ ਦੱਸੋ ਕਿ ਇਹ ਕਿਸ ਤਰ੍ਹਾਂ ਦੀ ਇੱਥੇ ਰਜਿਸਟਰੀ ਹੁੰਦੀ ਹੈ? ਸਰ, ਯੂਜੂਅਲੀ ਜਿਹੜੀ ਵੀ ਰਜਿਸਟਰੀ ਅੱਜ ਦੀ ਡੇਟ 'ਚ ਹੋ ਰਹੀ ਹੈ ਫਲੈਟਸ ਦੇ ਕੇਸ 'ਚ, ਕਿਉਂਕਿ ਆਪਾਂ ਨੂੰ ਮਾਲਕਾਨਾ ਹੱਕ ਜ਼ਮੀਨ 'ਚ ਨਹੀਂ ਮਿਲ ਰਿਹਾ। ਜੀ ਜੀ। ਤਾਂ ਜਿਹੜੀ ਰਜਿਸਟਰੀ ਹੁੰਦੀ ਹੈ ਉਹਨੂੰ ਇੱਕ ਟਰਮ ਕਹੀ ਜਾਂਦੀ ਹੈ ਕਨਵੇਂਸ ਡੀਡ। ਕਨਵੇਂਸ ਡੀਡ ਯੂਜੂਅਲੀ ਜੇਕਰ ਆਪਾਂ ਉਹਦਾ ਮੂਲ ਭਾਵ ਸਮਝੀਏ ਤਾਂ ਕਿਸੇ ਵੀ ਟਰਾਂਸਫਰ, ਕਿਸੇ ਵੀ ਤਰੀਕੇ ਦੇ ਟਰਾਂਸਫਰ ਨੂੰ ਆਪਾਂ ਕਨਵੇਂਸ ਡੀਡ ਕਹਿੰਦੇ ਹਾਂ। ਜੀ ਜੀ। ਜੋ ਕਿ ਬਾਏ ਸੇਲ ਵੀ ਹੋ ਸਕਦੀ ਹੈ, ਬਾਏ ਲੀਜ਼ ਵੀ ਹੋ ਸਕਦੀ ਹੈ। ਜੀ। ਕਿਰਾਏ ਤੇ ਜੋ ਆਪਾਂ ਯੂਜੂਅਲੀ ਕਹਿ ਜਾਂਦੇ ਹਾਂ। ਜੀ ਜੀ ਬਿਲਕੁਲ। ਐਕਸਚੇਂਜ ਵੀ ਹੋ ਸਕਦੀ ਹੈ। ਜੀ। ਗਿਫਟ ਦੇ ਥਰੂ ਵੀ ਹੋ ਸਕਦੀ ਹੈ। ਉਹ ਕਿਸੇ ਵੀ ਤਰ੍ਹਾਂ ਦੀ ਜਦੋਂ ਆਪਾਂ ਇੱਕ ਰਾਈਟ ਜਿਹੜਾ ਹੈਗਾ ਉਹ ਟਰਾਂਸਫਰ ਕਰਦੇ ਹਾਂ ਕਿਸੇ ਦੂਜੇ ਪਰਸਨ ਨੂੰ, ਇੱਕ ਇਮੂਵੇਬਲ ਪ੍ਰਾਪਰਟੀ ਨੂੰ ਲੈ ਕੇ, ਤੇ ਉਹਨੂੰ ਆਪਾਂ ਕਨਵੇਂਸ ਡੀਡ ਕਿਹਾ ਜਾਂਦਾ। ਜੀ ਜੀ ਜੀ। ਕਿਉਂਕਿ ਆਪਾਂ ਨੂੰ ਫਲੈਟਸ ਦੇ ਵਿੱਚ ਅੱਜ ਦੇ ਡੇਟ 'ਚ ਜੋ ਮੈਕਸਿਮਮ ਚੱਲ ਰਿਹਾ ਹੈਗਾ, ਆਪਾਂ ਨੂੰ ਮਾਲਕਾਨਾ ਹੱਕ ਜ਼ਮੀਨ 'ਚ ਨਹੀਂ ਮਿਲਦਾ, ਤਾਂ ਕਰਕੇ ਉਹ ਕਨਵੇਂਸ ਡੀਡ ਦਾ ਅਕੋਰਡਿੰਗਲੀ ਰਜਿਸਟਰੀ ਜਿਹੜੀ ਹੈ ਉਹ ਕਨਵੇਂਸ ਡੀਡ ਦੇ ਹਿਸਾਬ ਨਾਲ। ਕਨਵੇਂਸ ਡੀਡ ਮਤਲਬ ਇੱਥੇ ਰਜਿਸਟਰੀ ਨੂੰ ਅਸੀਂ ਕਨਵੇਂਸ ਡੀਡ ਕਹਾਂਗੇ। ਜੀ ਜੀ। ਤੇ ਹੁਣ ਇੱਥੇ ਵੇਖਣ ਵਾਲੀ ਇਹ ਗੱਲ ਹੈ ਕਿ
ਇਹ ਕਾਨੂੰਨ ਕਹਿੰਦਾ ਹੈ ਕਿ ਹਮੇਸ਼ਾ ਜੋ ਖਰੀਦਦਾਰ ਹੈ ਉਸ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹਰ ਲੈਣ ਦੇਣ ਚਾਹੇ ਕੋਈ ਚੱਲ ਜਿਹੜੀ ਵੀ ਜਾਇਦਾਦ ਹੋਵੇ ਉਸ ਦੇ ਸੰਬੰਧ ਵਿੱਚ ਸੁਚੇਤ ਰਹੇਗਾ ਤੇ ਉਹ ਬਚਿਆ ਰਹੇਗਾ। ਹੁਣ ਖਰੀਦਦਾਰ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਉਹ ਕੋਈ ਲੈਣ ਦੇਣ ਕਰਨ ਜਾਂਦਾ ਹੈ, ਖਾਸ ਕਰਕੇ ਰੇਰਾ ਦੇ ਅਧੀਨ? ਸਰ, ਰੇਰਾ ਨੂੰ ਲਿਆਇਆ ਹੀ ਤਾਂ ਕਰਕੇ ਗਿਆ ਸੀਗਾ ਕਿ ਆਮ ਆਦਮੀ ਨੂੰ ਇਹ ਨਹੀਂ ਪਤਾ ਸੀਗਾ ਕਿ ਕਿਹੜੀ ਫਾਰਮੈਲਿਟੀਜ਼ ਹੈ ਜਾਂ ਕਿਹੜੀ ਪਰਮਿਸ਼ਨ ਜਿਹੜੀਆਂ ਨੇ ਉਹ ਲੈਣੀ ਜ਼ਰੂਰੀ ਨੇ। ਜੀ ਜੀ। ਤਾਂ ਰੇਰਾ ਦਾ ਮੇਨਲੀ ਕੰਮ ਇਹੀ ਹੈ, ਜਦੋਂ ਵੀ ਇੱਕ ਪ੍ਰੋਜੈਕਟ ਰਜਿਸਟਰ ਹੋ ਰਿਹਾ ਹੋਵੇ ਤਾਂ ਜਿਹੜੀ ਅਥਾਰਟੀ ਬਣੀ ਹੈ ਰੇਰਾ ਐਕਟ ਦੇ ਅੰਡਰ, ਉਹ ਇਹ ਚੈੱਕ ਕਰਦੀ ਹੈ ਕਿ ਉਸ ਜਿੰਨੀ ਪਰਮਿਸ਼ਨਸ ਰਿਕੁਆਇਰਡ ਨੇ ਉਹ ਸਾਰੀ ਉਸ ਪ੍ਰੋਜੈਕਟ ਦੇ ਕੋਲ ਹੋਣੀ ਚਾਹੀਦੀ। ਜੀ ਜੀ ਜੀ। ਜਿਹੜਾ ਵੀ ਕੰਸਟਰਕਸ਼ਨ ਹੋਣੀ ਹੈ ਉਹ ਇੱਕ ਅਪਰੂਵਡ ਮੈਪ ਦੇ ਅਕੋਰਡਿੰਗਲੀ, ਸੈਂਕਸ਼ਨ ਮੈਪ ਦੇ ਅਕੋਰਡਿੰਗਲੀ ਉਹ ਹੋਣੀ ਚਾਹੀਦੀ। ਜੀ ਜੀ। ਤੇ ਜਿਸ 'ਚ ਬੇਸਿਕ ਜਿਹੜੀ ਅਮੈਨਿਟੀਜ਼ ਨੇ ਜਾਂ ਫੈਸਿਲਿਟੀਜ਼ ਨੇ, ਜਿਵੇਂ ਸੀਵਰੇਜ ਹੋ ਗਿਆ, ਪਾਣੀ ਦੀ ਸਪਲਾਈ ਹੋ ਗਈ, ਸੜਕਾਂ ਹੋ ਗਈਆਂ, ਪਾਰਕ ਹੋ ਗਏ, ਗ੍ਰੀਨ ਏਰੀਆ ਹੋ ਗਿਆ, ਪਾਰਕਿੰਗ ਦੀ ਫੈਸਿਲਿਟੀਜ਼ ਹੋ ਗਈ, ਇਹ ਸਾਰੀ ਹੋਣੀ ਚਾਹੀਦੀ। ਜੀ। ਤੇ ਜਦੋਂ ਆਮ ਕੋਈ ਲੈਣ ਦੇਣ ਹੁੰਦਾ ਹੈ ਕਿਸੇ ਸੁਸਾਇਟੀ ਦੇ ਵਿੱਚ, ਤੇ ਇੱਕ ਵੱਡਾ ਸਾਰਾ ਨਕਸ਼ਾ ਸਾਨੂੰ ਵਿਖਾ ਦਿੱਤਾ ਜਾਂਦਾ ਹੈ ਵੀ ਇਹ ਨਕਸ਼ਾ ਹੈ, ਇਸ ਤਰ੍ਹਾਂ ਤੁਹਾਨੂੰ ਕਿਸ਼ਤਾਂ ਦੇਣੀਆਂ ਪੈਣਗੀਆਂ ਜਾਂ ਸਮੇਂ-ਸਮੇਂ 'ਤੇ ਕਿਸ਼ਤਾਂ ਦੇਣੀਆਂ ਪੈਣਗੀਆਂ, 1 ਜਾਂ 2 ਸਾਲ ਦੇ ਵਿੱਚ ਤੁਹਾਨੂੰ ਅਸੀਂ ਸਾਰਾ ਪ੍ਰੋਜੈਕਟ ਕੰਪਲੀਟ ਕਰਕੇ ਤੁਹਾਨੂੰ ਕਬਜ਼ਾ ਦੇ ਦੇਵਾਂਗੇ, ਤੁਹਾਡਾ ਰਾਈਟ ਹੋਵੇਗਾ ਉੱਥੇ ਰਹਿਣ ਦਾ ਜਿਸ ਤਰ੍ਹਾਂ ਮਰਜ਼ੀ। ਜੇ ਉਸ ਸਮੇਂ ਦੇ ਵਿੱਚ ਸਾਨੂੰ ਕਬਜ਼ਾ ਨਹੀਂ ਮਿਲਦਾ ਜਾਂ ਉਸ ਸਮੇਂ ਬਿਲਡਰ ਦੀ ਗਲਤੀ ਕਰਕੇ ਜਾਂ ਕਿਸੇ ਵੀ ਕਰਕੇ ਉਹ ਸਮਾਂ ਅੱਗੇ ਲੰਘ ਜਾਂਦਾ ਹੈ, ਤਾਂ ਇੱਥੇ ਸਵਾਲ ਉੱਠਦਾ ਹੈ ਕਿ ਅਸੀਂ ਕਿਸ਼ਤ ਦੇਣੀ ਹੈ ਜਾਂ ਕਿਸ ਤਰ੍ਹਾਂ ਦੇਣੀ ਹੈ, ਜਾਂ ਬਿਲਡਰ ਸਾਡੇ ਕੋਲੋਂ ਕਿਸ਼ਤ ਲੈ ਸਕਦਾ ਹੈ, ਪੈਸੇ ਲੈ ਸਕਦਾ ਹੈ, ਉਸ ਸੰਬੰਧੀ ਸਾਨੂੰ ਦੱਸੋ। ਸਰ, ਰੇਰਾ ਐਕਟ ਆਉਣ ਤੋਂ ਬਾਅਦ ਹਰ ਇੱਕ ਪ੍ਰੋਜੈਕਟ ਲਈ ਜਿਹੜਾ ਬਿਆਨਾ ਹੋ ਗਿਆ ਜੀ, ਜਿਹੜੀ ਰਜਿਸਟਰੀ ਹੋ ਗਈ, ਜਿਹੜਾ ਅਲਾਟਮੈਂਟ ਲੈਟਰ ਹੋ ਗਿਆ, ਬੁਕਿੰਗ ਤੇ ਜਿਹੜਾ ਆਪਾਂ ਨੂੰ ਡਾਕੂਮੈਂਟ ਮਿਲਦਾ ਜੀ, ਇਹਦਾ ਇੱਕ ਸਟੈਂਡਰਡ ਫਾਰਮੈਟ ਜਿਹੜਾ ਹੈ ਉਹ ਆ ਚੁੱਕਿਆ। ਅੱਛਾ ਜੀ। ਇਹ ਪੂਰੇ ਇੰਡੀਆ ਦੇ ਵਿੱਚ, ਪੈਨ ਇੰਡੀਆ ਤਕਰੀਬਨ ਸੇਮ ਹੈਗਾ ਜੀ, ਤੇ ਇਹੀ ਅੱਗੇ ਫੋਲੋ ਹੋਊਗਾ ਜੀ। ਮਤਲਬ ਇੱਕ ਸਮਾਂ ਬੰਨ੍ਹ ਦਿੱਤਾ ਉਹਨਾਂ ਨੇ ਜੀ। ਜਿਹੜੇ ਬਿਆਨਾ ਹੋ ਗਿਆ ਜੀ ਜਾਂ ਜੋ ਰਜਿਸਟਰੀ ਹੋ ਗਈ, ਜਿਸ 'ਚ ਜਿਹੜੀ ਟਰਮਸ ਐਂਡ ਕੰਡੀਸ਼ਨਸ ਹੋ ਗਈਆਂ, ਜੋ ਵੀ ਲਿਖਿਆ ਜਾਂਦਾ ਹੈ, ਇਹ ਸਾਰਾ ਕਿਉਂਕਿ ਰੇਰਾ ਜਿਹੜੀ ਹੈ ਉਹ ਪਾਸ ਕਰ ਰਹੀ ਹੈ ਜੀ ਜੀ, ਤਾਂ ਉਹਦੇ 'ਚ ਇਹ ਸਾਰੀ ਚੀਜ਼ਾਂ ਲਿਖੀਆਂ ਹੋਈਆਂ ਜੀ ਜੀ ਜੀ, ਜਿਸ 'ਚ ਆਪਣਾ ਆ ਵੀ ਇੰਕਲੂਡ ਹੁੰਦਾ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਸਪੋਜ਼ਿੰਗਲੀ 2 ਸਾਲ ਦੇ ਵਿੱਚ ਕੰਪਲੀਟ ਹੋਣਾ ਸੀਗਾ ਜੀ, ਸਾਨੂੰ ਉਹਦਾ ਕਬਜ਼ਾ ਮਿਲਣਾ ਸੀ 2 ਸਾਲ 'ਚ, ਉਹ ਨਹੀਂ ਮਿਲ ਪਾਇਆ ਜੀ ਜੀ, ਤਾਂ ਉਸ ਕੇਸ 'ਚ ਜਿਹੜਾ ਆਪਣਾ ਬਿਆਨਾ ਹੈਗਾ ਉਹਦੇ 'ਚ ਆ ਲਿਖਿਆ ਹੋਇਆ ਹੈਗਾ, ਜਾਂ ਉਹ ਐਗਰੀਡ ਹੋਊਗਾ ਕਿ ਕਿੰਨੇ % ਜਿਹੜਾ ਹੈ ਵਿਆਜ ਜਾਂ ਜੋ ਵੀ ਕੰਪਨਸੇਸ਼ਨ ਮਿਲਣੀ ਆ ਉਹ ਕਿਸ ਰੇਟ ਤੇ ਮਿਲੂਗੀ। ਮਤਲਬ ਖਰੀਦਦਾਰ ਕੋਲ ਇਹ ਰਾਈਟ ਹੈ ਵੀ ਅਸੀਂ ਕਲੇਮ ਕਰ ਸਕਦੇ ਹਾਂ, ਲੈ ਸਕਦੇ ਹਾਂ ਜੀ ਜੀ। ਤੇ ਹੁਣ ਜੇ ਨਕਸ਼ੇ ਦੀ ਗੱਲ ਚੱਲ ਰਹੀ ਹੈ, ਇੱਕ ਨਕਸ਼ਾ ਤੇ ਸਾਨੂੰ ਵਿਖਾ ਦਿੱਤਾ ਵੀ ਤੁਹਾਨੂੰ 2 ਕਮਰਿਆਂ ਦਾ ਮਤਲਬ ਫਲੈਟ ਮਿਲੇਗਾ ਜਾਂ 3 ਕਮਰਿਆਂ ਦਾ ਫਲੈਟ ਹੋਵੇਗਾ। ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਨਕਸ਼ੇ ਦੇ ਉੱਤੇ ਘਰ ਆਉਂਦੇ ਹਾਂ ਜਾ ਕੇ, ਮਤਲਬ ਕਿ ਲੈਣ ਦੇਣ ਹੋ ਜਾਂਦਾ ਹੈ, ਖਰੀਦਦਾਰ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕੀ ਬਿਲਡਰ ਕੋ ਰਾਈਟ ਹੈਗਾ ਕਿ ਉਹ ਨਕਸ਼ੇ ਬਿਨਾਂ ਪੁੱਛੇ ਖਰੀਦਦਾਰ ਕੋ ਕੋਈ ਨਕਸ਼ੇ ਦੇ ਵਿੱਚ ਚੇਂਜ ਕਰ ਸਕਦਾ? ਸਰ, ਇਹਨੂੰ ਸਮਝਣ ਵਾਸਤੇ ਆਪਾਂ ਨੂੰ ਇੱਕ ਚੀਜ਼ ਕਲੀਅਰ ਕਰਨੀ ਪਊਗੀ ਜੀ ਜੀ, ਕਿ ਕੋਈ ਵੀ ਬਿਲਡਰ ਜੇਕਰ ਕੰਸਟਰਕਸ਼ਨ ਸਟਾਰਟ ਕਰਦਾ ਤਾਂ ਉਹ ਇੱਕ ਸੈਂਕਸ਼ਨ ਪਲਾਨ ਜਿਹੜਾ ਅਪਰੂਵ ਹੁੰਦਾ ਹੈ, ਜਾਂ ਤਾਂ MC ਤੋਂ ਹੋਊਗਾ ਜਾਂ PDA ਤੋਂ ਹੋਊਗਾ ਜੀ ਜੀ, ਉਹਦੇ ਅਕੋਰਡਿੰਗਲੀ ਹੀ ਉਹ ਕੰਸਟਰਕਟ ਕਰ ਸਕਦਾ ਜੀ ਜੀ ਜੀ। ਤਾਂ ਆਪਣਾ ਜਦੋਂ ਇਹ ਪਾਸ ਹੋ ਜਾਂਦਾ ਨਕਸ਼ਾ, ਸੈਂਕਸ਼ਨ ਪਲਾਨ ਜਦੋਂ ਆਪਣਾ ਪਾਸ ਹੋ ਗਿਆ, ਜਿਸ ਹਿਸਾਬ ਨਾਲ ਆਪਣੀ ਕੰਸਟਰਕਸ਼ਨ ਹੋਣੀ ਹੈ, ਤਾਂ ਉਸ ਹਿਸਾਬ ਨਾਲ ਹੀ ਯੂਜੂਅਲੀ ਕੰਸਟਰਕਸ਼ਨ ਹੋਣੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ। ਪਰ ਕਿਉਂਕਿ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਆਪਾਂ ਉਹਨੂੰ ਅਵੋਇਡ ਨਹੀਂ ਕਰ ਸਕਦੇ, ਜਾਂ ਕੁਝ ਕੰਸਟਰਕਸ਼ਨ ਦੇ ਵਿੱਚ ਮੋਡੀਫਿਕੇਸ਼ਨ ਦੀ ਲੋਡ ਲਾਸਟ ਮੂਮੈਂਟ ਦੇ ਵਿੱਚ ਪੈ ਸਕਦੀ ਹੈ, ਤਾਂ ਰੇਰਾ ਇਸ ਚੀਜ਼ ਨੂੰ ਐਕਨੋਲੇਜ ਕਰਦਾ ਹੈ, ਇਸ ਚੀਜ਼ ਨੂੰ ਸਮਝਦਾ ਹੈ ਕਿ ਜਿਹੜੀ ਆਪਾਂ ਚੀਜ਼ ਬਣਾ ਰਹੇ ਹਾਂ ਕਦੇ ਕਦੇ ਉਹ ਚੀਜ਼ ਨਹੀਂ ਵੀ ਬਣ ਸਕਦੀ, ਤਾਂ ਛੋਟੀ ਮੋਟੀ ਜਿਹੜੀ ਚੇਂਜਿਸ ਨੇ ਉਹ ਬਿਲਡਰ ਕਰ ਸਕਦਾ ਹੈ ਵਿਦਆਊਟ ਐਨੀ ਰਿਸਟ੍ਰਿਕਸ਼ਨ। ਅੱਛਾ ਜੀ। ਪਰ ਜੇਕਰ ਕੁਝ ਬਹੁਤ ਹੀ ਜ਼ਿਆਦਾ ਚੇਂਜ ਕਰਨਾ, ਜਿਵੇਂ ਤੁਸੀਂ ਗੱਲ ਕੀਤੀ ਕਿ ਕੋਈ 2 ਰੂਮ ਦਾ ਕਮਰਾ ਫਲੈਟ ਲੈਣਾ ਸੀ, ਉਹਨੂੰ 1 ਕਮਰਾ ਕਰਤਾ, ਜਾਂ ਕਮਰੇ ਦਾ ਸਾਈਜ਼ ਬਹੁਤ ਹੀ ਜ਼ਿਆਦਾ ਘਟਾਤਾ, ਉਹਦੇ ਵਾਸਤੇ ਬਿਲਡਰ ਨੂੰ ਜਿਹੜਾ ਕਿ ਓਨਰ ਹੈ, ਅਲਾਟੀ ਹੈਗਾ, ਜਿਹੜਾ ਖਰੀਦਦਾਰ ਹੈਗਾ ਜੀ ਜੀ, ਉਹਦੇ ਤੋਂ ਪਰਮਿਸ਼ਨ ਲੈਣੀ ਪਊਗੀ। ਉਹ ਬਿਨਾਂ ਪਰਮਿਸ਼ਨ ਇਹ ਚੀਜ਼ ਨਹੀਂ ਕਰ ਸਕਦਾ। ਇੱਕ ਬਿਲਡਿੰਗ ਤਿਆਰ ਹੋ ਜਾਂਦੀ ਹੈ, ਸਾਨੂੰ ਘਰ ਵੀ ਮਿਲ ਜਾਂਦਾ ਹੈ, ਅਸੀਂ ਕਬਜ਼ੇ 'ਚ ਬੈਠ ਜਾਂਦੇ ਹਾਂ, ਆਪਣੇ ਪਰਿਵਾਰਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਪਰ ਕਿਤੇ ਨਾ ਕਿਤੇ ਕੋਈ ਡਿਫੈਕਟ ਆ ਜਾਂਦਾ ਹੈ, ਕੰਧਾਂ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ,
ਕਿਤੇ ਸੀਵਰੇਜ ਬੈਠ ਜਾਂਦਾ ਹੈ, ਮੋਟਰ ਨਹੀਂ ਕੰਮ ਕਰ ਰਹੀ, ਕਈ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਨੇ। ਤੇ ਕਿੰਨੇ ਸਮੇਂ ਤੱਕ ਇੱਕ ਬਿਲਡਰ ਮਤਲਬ ਕਿ ਜ਼ਿੰਮੇਵਾਰ ਹੈ ਸਾਰਿਆਂ ਕਰਕੇ? ਸਰ ਰੇਰਾ ਨੇ ਐਕਟ ਦੇ ਵਿੱਚ ਇਹ ਚੀਜ਼ ਕਲੀਅਰ ਕਰਤੀ ਹੈਗੀ ਹੈ ਕਿ ਕੋਈ ਵੀ ਬਿਲਡਰ ਇਹ ਸਾਰੀ ਦਿੱਕਤਾਂ ਲਈ ਜਿਵੇਂ 5 ਸਾਲ ਤੱਕ ਉਹ ਲਾਇਬਲ ਰਹੂਗਾ। ਅੱਛਾ ਜੀ। 5 ਸਾਲ ਕਿਸ ਦਿਨ ਤੋਂ ਕਾਊਂਟ ਹੋਣਗੇ? ਉਸ ਦਿਨ ਤੋਂ ਜਿਸ ਦਿਨ ਤੋਂ ਇੱਕ ਖਰੀਦਦਾਰ ਨੂੰ ਮਾਲਕਾਨਾ ਹੱਕ ਮਿਲਿਆ ਜਾਂ ਪੋਜੈਸ਼ਨ ਮਿਲੀ, ਕਬਜ਼ਾ ਮਿਲਿਆ ਜੀ ਜੀ, ਉਸ ਦਿਨ ਤੋਂ 5 ਸਾਲ ਤੱਕ ਬਿਲਡਰ ਜਿਹੜਾ ਹੈ ਉਹ ਲਾਇਬਲ ਹੈ ਜੀ। ਤੇ ਕਈ ਵਾਰੀ ਕੋਈ ਮਜਬੂਰੀ ਪੈ ਜਾਂਦੀ ਹੈ, ਖਰੀਦਦਾਰ ਕਿਸੇ ਕਾਰਨ ਕਰਕੇ ਨਾ ਇਹ ਮਤਲਬ ਕਿ ਸੌਦਾ ਕੈਂਸਲ ਕਰਨਾ ਚਾਹੁੰਦਾ ਹੈ, ਮੇਰੇ ਪੈਸੇ ਵੀ ਗਏ ਨੇ, ਖਰੀਦਦਾਰ ਉਹ ਸੋਚਦਾ ਹੈ ਕਿ ਮੈਂ ਬਿਲਡਰ ਕੋਲ ਪੈਸੇ ਵੀ ਲੈਣੇ ਨੇ, ਪਰ ਕਾਰਨ ਕਈ ਹੋ ਜਾਂਦੇ ਨੇ, ਕਈ ਵਾਰੀ ਘਰੇਲੂ ਮਜਬੂਰੀਆਂ ਹੋ ਜਾਂਦੀਆਂ ਨੇ। ਤੇ ਕੀ ਖਰੀਦਦਾਰ ਕੋ ਰਾਈਟ ਹੈ ਵੀ ਉਹ ਜੋ ਇਕਰਾਰਨਾਮਾ ਹੋਇਆ ਹੁੰਦਾ ਹੈ ਉਸ ਸੰਬੰਧ ਵਿੱਚ ਉਸ ਨੂੰ ਕੈਂਸਲ ਕਰ ਸਕਦਾ ਹੈ, ਆਪਣੇ ਪੈਸੇ ਵਾਪਸ ਮੰਗ ਸਕਦਾ ਹੈ? ਜੀ ਸਰ ਬਿਲਕੁਲ, ਉਹ ਪੈਸੇ ਜਿਹੜੇ ਨੇ ਇੱਕ ਖਰੀਦਦਾਰ ਜਿਹੜਾ ਹੈ ਉਹ ਵੈਸੇ ਵਾਪਸ ਮੰਗ ਸਕਦਾ ਹੈ ਜੀ। ਪਰ ਇਸ ਕੇਸ 'ਚ ਆਪਾਂ ਨੂੰ ਧਿਆਨ ਇਹ ਦੇਣਾ ਪਊਗਾ ਕਿ ਜਿਹੜਾ ਖਰੀਦਦਾਰ ਹੈਗਾ क्या वो अपनी मजबूरियां करके वो पैसा वापस लेना चाह रहा है या इकरारनामा तोड़ रहे जी, या बिल्डर दे कारण बिल्डर दी कुछ कमियां करके या उन्हें कुछ जड़ा प्रॉमिस किया सीगा वो ना पूरा होया होवे उहदे करके वो वापस तोड़ रहा मतलब ये देखना पएगा सारा भी कि माहौल की किस तरह का बनया उस जी। तो जेकर कोई भी खरीददार जड़ा है अपनी दिक्कत करके ਇੱਦਾਂ ਉਹ ਇਕਰਾਰਨਾਮੇ ਨੂੰ ਤੋੜਨਾ ਚਾਹ ਰਿਹਾ ਤਾਂ ਜਿਹੜਾ ਰੇਰਾ ਨੇ ਬਿਆਨੇ ਦੇ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੈ ਉਹਦੇ 'ਚ ਇਹ ਕਲੀਅਰ ਕਰਤਾ ਹੈਗਾ ਕਿ 10% ਦੀ ਜਿਹੜੀ ਡਿਡਕਸ਼ਨ ਰਹੂਗੀ ਉਹ ਬਿਲਡਰ ਜਿਹੜਾ ਹੈ ਉਹ ਕਾਟ ਸਕਦਾ ਜੀ ਜੀ, ਜਿਹੜੀ ਆ 10% ਰਹੂਗਾ ਉਹ 10% ਰਹੂਗਾ ਪੂਰੀ ਵੈਲਿਊ ਦਾ ਠੀਕ ਹੈ ਜੀ। ਅਗੇਨ ਇਹ ਬਿਲਡਰ ਟੂ ਬਿਲਡਰ ਡਿਪੈਂਡ ਕਰੂਗਾ, ਬਿਲਡਰ 10% ਵੀ ਕੱਟ ਸਕਦਾ, ਘੱਟ ਵੀ ਕੱਟ ਸਕਦਾ, ਬਟ 10% ਤੋਂ ਵੱਧ ਨਹੀਂ ਕੱਟ ਸਕਦਾ ਜੀ ਜੀ ਜੀ। ਤੇ ਜਿੱਥੇ ਖਰੀਦਦਾਰ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕੋਈ ਲੈਣ ਦੇਣ ਵੇਲੇ, ਉੱਥੇ ਜਿਹੜਾ ਮਤਲਬ ਕਿ ਆਪਣੀ ਜਗ੍ਹਾ ਵੇਚ ਰਿਹਾ ਹੈ ਜਾਂ ਬਿਲਡਰ ਹੈ ਜਾਂ ਪ੍ਰਮੋਟਰ ਹੈ ਜਾਂ ਕੋਈ ਏਜੰਟ ਕਹਿ ਲਓ, ਤੇ ਉਸ ਦੀਆਂ ਵੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਉਹ ਖਰਾ ਸੌਦਾ ਕਰਾਉਣ ਲਈ ਸਾਰਾ ਕੁਝ ਸੱਚ ਦੱਸੇ, ਕਿਸ ਤਰ੍ਹਾਂ ਦੀ ਚੀਜ਼ ਹੈ, ਕਿੰਨਾ ਚਿਰ, ਤੇ ਉਹ ਜ਼ਿੰਮੇਵਾਰੀਆਂ ਬਾਰੇ ਦੱਸੋ ਵੀ ਬਿਲਡਰ ਕਿੱਥੇ ਕਿੱਥੇ ਜ਼ਿੰਮੇਵਾਰ ਹੈ, ਉਸਨੂੰ ਕੀ ਕੀ ਸਾਡੇ ਸਾਹਮਣੇ ਰੱਖਣਾ ਪਵੇਗਾ ਸੌਦੇ ਤੋਂ ਪਹਿਲਾਂ? ਸਰ ਸਭ ਤੋਂ ਪਹਿਲੀ ਚੀਜ਼ ਇੱਦਾਂ ਹੈ ਕਿ ਜਦੋਂ ਵੀ ਕੋਈ ਖਰੀਦਦਾਰ ਕਿਸੇ ਬਿਲਡਰ ਨੂੰ ਅਪਰੋਚ ਕਰਦਾ ਹੈ ਤਾਂ ਜਦੋਂ ਵੀ ਕੋਈ ਬੁਕਿੰਗ ਅਮਾਉਂਟ ਪੇ ਕਰਦਾ ਹੈ ਉਹਦੇ ਨਾਲ ਨਾਲ ਇਹ ਖਰੀਦਦਾਰ ਦਾ ਹੱਕ ਹੈ ਕਿ ਉਹਨੂੰ ਕੁਝ ਡਾਕੂਮੈਂਟਸ ਪ੍ਰੋਵਾਈਡ ਹੋਣ ਜੀ ਜੀ ਜੀ, ਜਿਵੇਂ ਕਿ ਉਸ ਪ੍ਰੋਜੈਕਟ ਦੇ ਵਿੱਚ ਕੀ ਫੈਸਿਲਿਟੀਜ਼ ਮਿਲਣਗੀਆਂ ਉਹਨੂੰ, ਉਸ ਪ੍ਰੋਜੈਕਟ ਦੇ ਰਿਲੇਟਡ ਜਿੰਨੇ ਵੀ ਡਾਕੂਮੈਂਟਸ ਨੇ ਸੈਂਕਸ਼ਨ ਉਹ ਵੀ ਮਿਲ ਸਕਦੇ ਨੇ ਜੀ ਜੀ, ਮਿਲਣੇ ਚਾਹੀਦੇ ਨੇ ਜੀ। ਤੀਜੀ ਚੀਜ਼ ਕਿ ਉਹਦਾ ਪੇਮੈਂਟ ਦਾ ਜਿਹੜਾ ਪਲਾਨ ਹੋਊਗਾ, ਸ਼ਡਿਊਲ ਹੋਊਗਾ, ਕਿਸ ਟਾਈਮ ਤੇ ਕਿੰਨੀ ਪੇਮੈਂਟ ਜਿਹੜੀ ਹੈ ਅੱਗੇ ਜਿਹੜੀ ਹੈ ਉਹ ਦੇਣੀ ਹੈ, ਇਹ ਸਾਰਾ ਕੁਝ ਮਿਲਣਾ ਚਾਹੀਦਾ ਜੀ ਜੀ ਜੀ। ਜਿਹੜਾ ਵੀ ਇਹ ਡਾਕੂਮੈਂਟ ਪ੍ਰੋਵਾਈਡ ਹੋ ਰਿਹਾ ਹੈ ਯੂਜੂਅਲੀ ਆਪਾਂ ਦੇਖੀਏ ਤਾਂ ਪ੍ਰੋਸਪੈਕਟਸ ਜਿਹੜਾ ਹੈ ਉਹ ਬਿਲਡਰਸ ਨੇ ਬਣਾ ਕੇ ਰੱਖੇ ਹੁੰਦੇ ਨੇ ਜੀ। ਪ੍ਰੋਸਪੈਕਟਸ ਦੇ ਵਿੱਚ ਸਾਰਾ ਕੁਝ ਕਲੀਅਰ ਹੁੰਦਾ ਹੈ ਕਿ ਜਿਹੜਾ ਇੱਕ ਪ੍ਰੋਜੈਕਟ ਹੈਗਾ ਉਹਦੇ 'ਚ ਕੀ ਹੋਪ ਮਿਲੂਗਾ, ਆਪਾਂ ਨੂੰ ਪਾਣੀ ਦੀ ਸਪਲਾਈ ਮਿਲੂਗੀ ਜੀ, ਪਾਰਕਿੰਗ ਮਿਲੂਗੀ ਤਾਂ ਉਹ ਓਪਨ ਮਿਲੂਗੀ ਜਾਂ ਸ਼ੈਲਟਰ ਵਾਲੀ ਮਿਲੂਗੀ, ਉਸ ਤੋਂ ਬਾਅਦ ਲਿਫਟਸ ਹੋਣਗੀਆਂ ਜਾਂ ਨਹੀਂ ਹੋਣਗੀਆਂ, ਕਾਮਨ ਏਰੀਆਜ਼ ਦੇ ਵਿੱਚ ਪਾਰਕ ਹੋਣਗੇ ਜਾਂ ਨਹੀਂ ਹੋਣਗੇ, ਇਹ ਸਾਰਾ ਕੁਝ ਉਸ ਪ੍ਰੋਸਪੈਕਟਸ ਦੇ ਵਿੱਚ ਲਿਖਿਆ ਹੁੰਦਾ ਜੀ। ਤੇ ਖਰੀਦਦਾਰ ਨੂੰ ਵੀ ਦੋਸਤੋ ਇਹ ਚਾਹੀਦਾ ਹੈ ਕਿ ਜਦੋਂ ਕੋਈ ਲੈਣ ਦੇਣ ਕਰਦਾ ਹੈ ਤਾਂ ਜਿੱਥੇ ਬਿਲਡਰ ਸਾਨੂੰ ਦੱਸਦਾ ਹੈ, ਜਿਸ ਤਰ੍ਹਾਂ ਵਕੀਲ ਸਾਹਿਬ ਨੇ ਦੱਸਿਆ ਕਿ ਇੱਕ ਪ੍ਰੋਸਪੈਕਟ ਪੂਰਾ ਬਣਿਆ ਹੁੰਦਾ ਹੈ, ਪ੍ਰੋਸਪੈਕਟ ਪੜ੍ਹ ਲੈਣਾ ਚਾਹੀਦਾ ਹੈ। ਤੇ ਕਈ ਵਾਰੀ ਜੇ ਸਾਨੂੰ ਪੜ੍ਹਨ ਦੇ ਵਿੱਚ ਜਾਂ ਸਮਝਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਕਿਸੇ ਵਕੀਲ ਸਾਹਿਬਾਨ ਦੀ ਕੋਈ ਮਦਦ ਲੈਣੀ ਹੋਏ ਤਾਂ ਤੁਸੀਂ ਜਾ ਕੇ ਮਦਦ ਵੀ ਲੈ ਸਕਦੇ ਹੋ। ਇਸ ਕਰਕੇ ਆਪਣੇ ਮਨ ਦੇ ਸਾਰੇ ਸ਼ੰਕੇ ਕੱਢ ਕੇ ਹੀ, ਸਾਰੀਆਂ ਦੁਬਿਧਾਵਾਂ ਦੂਰ ਕਰਕੇ ਹੀ ਹਰੇਕ ਸੌਦਾ ਕਰਨਾ ਚਾਹੀਦਾ ਹੈ, ਜਾਂ ਤਾਂ ਜੋ ਹਰ ਸੌਦਾ ਪਾਰਦਰਸ਼ੀ ਹੋਵੇ, ਟਰਾਂਸਪੇਰੈਂਸੀ ਹੋਵੇ ਤੇ ਕੋਈ ਠੱਗੀਆਂ ਤੋਂ ਬਚਿਆ ਜਾ ਸਕੇ। ਤੇ ਵਕੀਲ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 5 ਸਾਲ ਤੱਕ ਇਹ ਮਤਲਬ ਕਿ ਬਿਲਡਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਬਿਲਡਿੰਗ ਪੂਰੀ ਪ੍ਰੋਪਰ ਸਹੀ ਰਹੇਗੀ, ਤੇ ਉਹ ਬਿਨਾਂ ਮਤਲਬ ਕਿ ਜਿੱਥੇ ਖਰੀਦਦਾਰ ਦੀ ਸਹਿਮਤੀ ਤੋਂ ਬਿਨਾਂ ਕਈ ਵਾਰੀ ਵੱਡੀ ਕੰਸਟਰਕਸ਼ਨ ਨਹੀਂ ਵੀ ਕਰ ਸਕਦਾ। ਪਰ ਹੁਣ ਇੱਥੇ ਗੱਲ ਆਉਂਦੀ ਹੈ ਜਿਹਨੂੰ ਕਬਜ਼ਾ ਮਿਲ ਜਾਂਦਾ ਹੈ। ਹੁਣ ਇੱਕ ਖਰੀਦਦਾਰ ਉਸ ਕਬਜ਼ੇ ਦੇ ਵਿੱਚ ਬੈਠ ਗਿਆ ਜਾ ਕੇ,
ਕੀ ਉਹ ਆਪਣੀ ਮਰਜ਼ੀ ਅਨੁਸਾਰ ਉੱਥੇ ਕੰਸਟਰਕਸ਼ਨ ਕਰ ਸਕਦਾ ਹੈ, ਕੋਈ ਛੋਟੀ ਮੋਟੀ ਮੋਡੀਫਾਈ ਕਰ ਸਕਦਾ ਹੈ, ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਰੈਨੋਵੇਸ਼ਨ ਕਰਨੀ, ਵੀ ਥੋੜ੍ਹੇ ਬਹੁਤੇ ਬਦਲਾਵ ਕਰਨੇ, ਉਸ ਨੂੰ ਕਲੀ ਕਰ ਲਈ ਜਾਂ ਹੋਰ ਨਿੱਕਾ ਮੋਟਾ ਕੋਈ ਪੋਰਸ਼ਨ ਬਣਾ ਲਿਆ ਕਮਰੇ ਦਾ, ਤਾਂ ਇਸ ਤਰ੍ਹਾਂ ਦੀ ਕਰ ਸਕਦਾ ਹੈ ਕੰਸਟਰਕਸ਼ਨ? ਸਰ ਇਸ ਚੀਜ਼ ਲਈ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਕੋਈ ਵੀ ਬਿਲਡਿੰਗ ਜੇਕਰ ਬਣਦੀ ਹੈ ਤਾਂ ਉਹਨੂੰ ਡੀਲ ਕਰਨ ਵਾਸਤੇ ਪੰਜਾਬ ਬਿਲਡਿੰਗ ਲਾਜ਼ ਨੇ ਹਰ ਬਿਲਡਿੰਗ ਉਹਦੇ ਅਕੋਰਡਿੰਗਲੀ ਹੀ ਬਣਦੀ ਹੈ। ਜੀ ਜੀ ਜੀ। ਆਪਾਂ ਮੂਲ ਤੌਰ ਤੇ ਕੁਝ ਜ਼ਿਆਦਾ ਮੋਡੀਫਿਕੇਸ਼ਨ ਜਿਹੜੀ ਢਾਂਚਾ ਹੈਗਾ ਜੀ ਉਹਦੇ 'ਚ ਆਪਾਂ ਨਹੀਂ ਕਰ ਸਕਦੇ। ਜੀ ਜੀ ਜੀ। ਪਰ ਕੋਈ ਛੋਟਾ ਮੋਟਾ ਰੈਨੋਵੇਸ਼ਨ ਜਿਵੇਂ ਹੋ ਗਈ ਜੀ ਉਹ ਆਪਣੇ ਤੌਰ ਤੇ ਕੋਈ ਵੀ ਪਰਸਨ ਜਿਹੜਾ ਹੈ ਖਰੀਦਦਾਰ ਹੈਗਾ ਉਹ ਕਰ ਸਕਦਾ। ਜੀ ਜੀ ਜੀ। ਤੇ ਹੁਣ ਇੱਥੇ ਗੱਲ ਇੱਕ ਮੇਰੇ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਹੈ ਕਿ ਰੇਰਾ ਦੇ ਅਧੀਨ ਨਾ ਇੱਕ ਆਕੂਪੈਂਸੀ ਸਰਟੀਫਿਕੇਟ ਵੇਖਿਆ ਜਾਂਦਾ ਹੈ ਜੀ ਵੀ ਉਹ ਆਕੂਪੈਂਸੀ ਸਰਟੀਫਿਕੇਟ ਕੀ ਚੀਜ਼ ਹੈ, ਕੌਣ ਦਿੰਦਾ ਹੈ, ਬਿਲਡਰ ਦਿੰਦਾ ਹੈ ਜਾਂ ਖਰੀਦਦਾਰ ਦਿੰਦਾ ਹੈ, ਜਾਂ ਕਿੱਥੋਂ ਅਸੀਂ ਉਹ ਸਰਟੀਫਿਕੇਟ ਲੈ ਸਕਦੇ ਹਾਂ, ਉਸ ਬਾਰੇ ਜ਼ਰੂਰ ਦੱਸੋ। ਆਕੂਪੈਂਸੀ ਸਰਟੀਫਿਕੇਟ ਹੈ ਕੀ? ਸਰ ਆਕੂਪੈਂਸੀ ਸਰਟੀਫਿਕੇਟ ਸਮਝਣ ਲਈ ਆਪਾਂ ਨੂੰ 3 ਸਰਟੀਫਿਕੇਟਸ ਦੇ ਬਾਰੇ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ ਜੀ। ਪਹਿਲਾ ਹੈ ਕਮੈਂਸਮੈਂਟ ਸਰਟੀਫਿਕੇਟ, ਦੂਜਾ ਹੋ ਗਿਆ ਆਕੂਪੈਂਸੀ ਸਰਟੀਫਿਕੇਟ ਜੀ, ਤੀਜਾ ਹੋ ਗਿਆ ਕੰਪਲੀਸ਼ਨ ਸਰਟੀਫਿਕੇਟ। ਆਕੂਪੈਂਸੀ ਕਮੈਂਸਮੈਂਟ ਸਰਟੀਫਿਕੇਟ ਜਿਹੜੀ ਹੈ ਉਹ ਇੱਕ ਬਿਲਡਿੰਗ ਨੂੰ ਜਾਂ ਇੱਕ ਬਿਲਡਰ ਨੂੰ ਉਦੋਂ ਮਿਲਦੀ ਹੈ ਜਦੋਂ ਇੱਕ ਬਿਲਡਿੰਗ ਜਿਹੜੀ ਹੈ ਉਹਦੀ ਕੰਸਟਰਕਸ਼ਨ ਸਟਾਰਟ ਹੋਣੀ ਵਾਲੀ ਹੁੰਦੀ ਹੈ। ਜੀ ਜੀ। ਉਹਦੇ ਅਕੋਰਡਿੰਗਲੀ ਕਿਸ ਤਰੀਕੇ ਦੀ ਕੰਸਟਰਕਸ਼ਨ ਹੋਣੀ ਹੈ, ਕਿਹੜਾ ਨਕਸ਼ਾ ਰਹੂਗਾ, ਕੀ ਬਿਲਡਿੰਗ ਦਾ ਢਾਂਚਾ ਕਿਵੇਂ ਰਹੂਗਾ, ਜੀ ਇੱਕ ਫਲੈਟ ਹੈ ਤਾਂ ਉਹਦੀ ਛੱਤ ਦੀ ਹਾਈਟ ਕਿੰਨੀ ਰਹੂਗੀ, ਜੀ ਪੂਰੇ ਟਾਵਰ ਦੀ ਫਲੈਟਸ ਦੀ ਹਾਈਟ ਕਿੰਨੀ ਰਹੂਗੀ, ਜੀ, ਇਹ ਸਾਰਾ ਉਸ ਅਕੋਰਡਿੰਗ 'ਚ ਲਿਖਿਆ ਹੁੰਦਾ, ਉਹਦੇ ਵਿੱਚ ਲਿਖਿਆ ਹੁੰਦਾ ਹੈ। ਇਹ ਪਾਸ ਹੁੰਦਾ ਸਰ ਬਕਾਇਦਾ ਜੀ ਜੀ ਅਥਾਰਟੀਜ਼ ਤੋਂ, ਜੀ। ਉਹਦੇ ਅਕੋਰਡਿੰਗਲੀ ਹੀ ਕੰਸਟਰਕਸ਼ਨ ਹੋਣੀ ਹੁੰਦੀ ਹੈ, ਉਹਦੇ ਅਕੋਰਡਿੰਗ ਕੰਸਟਰਕਸ਼ਨ ਹੋਣੀ ਹੁੰਦੀ ਹੈ। ਤੇ ਹੁਣ ਇੱਥੇ ਨਾ ਇੱਕ ਆਮ ਗੱਲ ਆ ਜਾਂਦੀ ਹੈ ਮਨ ਦੇ ਵਿੱਚ ਕਿ ਮੇਰੇ ਨਾਲ ਠੱਗੀ ਵੱਜ ਗਈ, ਮੈਂ ਜਗ੍ਹਾ ਖਰੀਦੀ ਸੀ ਉੱਥੇ ਠੱਗੀ ਹੋ ਗਈ, ਤਾਂ ਕੀ ਮੈਂ ਕੰਜ਼ਿਊਮਰ ਕੋਰਟ ਜਾਵਾਂ? ਕੰਜ਼ਿਊਮਰ ਕੋਰਟ ਦਾ ਆਮ ਸਾਡੇ ਮਨਾਂ ਦੇ ਵਿੱਚ ਨਾ ਇੱਕ ਇਹ ਹੁੰਦਾ ਹੈ, ਸਵਾਲ ਵੀ ਹੁੰਦਾ ਹੈ, ਉਸ ਸਵਾਲ ਦਾ ਜਵਾਬ ਵੀ ਹੁੰਦਾ ਹੈ ਵੀ ਕੰਜ਼ਿਊਮਰ ਕੋਰਟ ਸਾਡਾ ਮਸਲਾ ਹੱਲ ਕਰ ਸਕਦੀ ਹੈ। ਕੀ ਇੱਥੇ ਰੇਰਾ ਦੇ ਵਿੱਚ ਕੰਜ਼ਿਊਮਰ ਕੋਰਟ ਮਤਲਬ ਕਿ ਫਾਲ ਕਰਦੀ ਹੈ, ਅਸੀਂ ਉੱਥੇ ਜਾ ਕੇ ਕੋਈ ਮੰਗ ਸਕਦੇ ਹਾਂ ਰਿਲੀਫ? ਸਰ ਰੇਰਾ ਐਕਟ ਦੇ ਵਿੱਚ ਜੇ ਇੱਕ ਅਲੱਗ ਤੋਂ ਆਪਣੇ ਆਪ 'ਚ ਇੱਕ ਕੋਡ ਬਣੀ ਹੈ ਜਿਹਨੂੰ ਆਪਾਂ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਦੇ ਨਾਂ ਦਿੱਤਾ ਗਿਆ। ਜੀ ਜੀ ਜੀ। ਜਿੱਥੇ ਆਪਾਂ ਖਰੀਦਦਾਰ ਕੋਈ ਵੀ ਹੈ, ਕੋਈ ਵੀ ਖਰੀਦਦਾਰ ਈਵਨ ਕਿ ਬਿਲਡਰ ਵੀ ਉੱਥੇ ਜਾ ਕੇ ਕੋਈ ਆਪਣਾ ਕੇਸ ਪਾ ਸਕਦਾ। ਜੀ ਜੀ। ਇਹਦਾ ਬਣਾਉਣ ਪਿੱਛੇ ਮਕਸਦ ਇਹ ਸੀਗਾ ਕਿ ਜਿਹੜਾ ਟਾਈਮ ਜਿਹੜਾ ਹੈ ਆਮ ਕੋਰਟਸ ਦੇ ਵਿੱਚ ਜਿਹੜਾ ਕੋਈ ਵੀ ਕੇਸ ਲੱਗਦਾ ਹੈ ਆਪਾਂ ਸੁਣਦੇ ਤਾਰੀਖ ਤੇ ਤਾਰੀਖ ਪੈ ਰਹੀ ਹੈ, ਜ਼ਿਆਦਾ ਲੰਮਾ ਸਮਾਂ ਲੈ ਜਾਂਦਾ, ਤੇ ਰੇਰਾ ਦੇ ਵਿੱਚ ਇਸ ਅਥਾਰਟੀ ਦੇ ਵਿੱਚ ਆਪਾਂ ਨੂੰ ਐਟਲੀਸਟ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਇਹ ਜਿਹੜਾ ਡਿਸੀਜਨ ਹੈ ਜਾਂ ਕੋਈ ਵੀ ਮਸਲਾ ਹੈਗਾ ਉਹ ਜਲਦੀ ਸੁਲਝ ਸਕਦਾ। ਮਤਲਬ ਕੰਜ਼ਿਊਮਰ ਕੋਰਟ ਦੇ ਵਿੱਚ ਅਸੀਂ ਪਹੁੰਚ ਨਹੀਂ ਕਰ ਸਕਦੇ? ਸਰ ਪਹੁੰਚ ਆਪਾਂ ਕੰਜ਼ਿਊਮਰ ਕੋਰਟ ਦੇ ਵਿੱਚ ਵੀ ਕਰ ਸਕਦੇ ਹਾਂ। ਜੀ ਜੀ। ਇਹ ਖਰੀਦਦਾਰ ਦੇ ਉੱਪਰ ਰਾਈਟ ਹੈ ਕਿ ਉਹ ਕਿੱਥੇ ਜਾਣਾ ਚਾਹੁੰਦਾ, ਜੀ ਕਿੱਥੇ ਜਾਣਾ ਚਾਹੁੰਦਾ ਹੈ। ਤੇ ਦੋਸਤੋ ਅੱਜ ਅਸੀਂ ਗੱਲ ਕੀਤੀ ਰੇਰਾ ਦੇ ਸੰਬੰਧ ਵਿੱਚ, ਤੇ ਜਾਂਦੇ ਜਾਂਦੇ ਮੈਂ ਇਹੀ ਕਹਾਂਗਾ ਕਿ ਵਧੀਆ ਸੌਦਾ ਕਰਨ ਲਈ ਸਾਨੂੰ ਪਾਰਦਰਸ਼ਤਾ ਵਾਲਾ ਸੌਦਾ ਕਰਨ ਲਈ ਆਪਣੇ ਅਧਿਕਾਰ ਤੇ ਆਪਣੇ ਜੋ ਹੱਕ ਨੇ ਉਹਨਾਂ ਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਤੇ ਦੂਰਦਰਸ਼ਨ ਹਮੇਸ਼ਾ ਵੱਖ-ਵੱਖ ਸਿਲਸਿਲੇ ਲੈ ਕੇ ਆਉਂਦਾ ਹੈ ਜਿਸ ਤਰ੍ਹਾਂ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕੀਏ। ਇਹ ਵਕੀਲ ਸਾਹਿਬ ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।